पंजाब विच अकाली ते बसपा विचकार एक बार फिर तो गठजोड़ होने तो बाद दोनों पार्टियां ਵੱਲੋਂ पंजाब विच खुशी मनाई जा रही है। इस तो पहला 1996 विच दोहां पार्टियां विचकार गठजोड़ होया सी ते हुण दावा कीता जा रहा है कि 1996 वाले प्रदर्शन ਨੂੰ ਮੁੜ ਦੁਹਰਾਇਆ ਜਾਏਗਾ ਅਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਤਰੱਕੀ ਖੁਸ਼ਹਾਲੀ ਤੇ ਸਮਾਜ ਭਲਾਈ ਜੋ 2017 ਵਿੱਚ ਰੁਕ ਗਈ ਸੀ ਉਹ ਦੁਬਾਰਾ ਸ਼ੁਰੂ ਹੋਵੇਗੀ ਅਤੇ ਤੇਜ਼ ਰਫ਼ਤਾਰ ਫੜੇਗੀ। ਪੰਜਾਬ ਭਰ ਵਿੱਚ ਹੀ ਦੋਵਾਂ ਪਾਰਟੀਆਂ ਦੇ ਵਰਕਰਾਂ ਤੇ ਆਗੂਆਂ ਵੱਲੋਂ ਲੱਡੂ ਵੰਡੇ ਜਾ ਰਹੇ ਹਨ, ਢੋਲ ਵਜਾਏ ਜਾ ਰਹੇ ਨੇ ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਦੇਖੋ, ਸਭ ਤੋਂ ਪਹਿਲਾਂ ਤੇ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਨੇ ਅੱਜ ਭੈਣ ਮਾਇਆਵਤੀ ਸਾਰਿਆਂ ਰਲ ਕੇ ਪੰਜਾਬ ਦੀ ਦੇਸ਼ ਦੀ ਤਕਦੀਰ ਨੂੰ ਉਜਲਾ ਕਰਨ ਵਾਸਤੇ ਇਹ ਗੱਠਜੋੜ ਕੀਤਾ। ਮੈਂ ਸਮਝਦੀ ਇਹ ਗੱਠਜੋੜ ਕੱਲੀਆਂ ਵੋਟਾਂ ਕਰਕੇ ਨਹੀਂ ਹੈ, ਇਹ ਇਕੱਲੀ ਚੋਣ ਜਿੱਤਣ ਕਰਕੇ ਨਹੀਂ ਹੈ, ਇਹ ਕਿਸੇ ਸਿਧਾਂਤ ਦੇ ਆਧਾਰ ਉੱਤੇ ਹੈ, ਇੱਕ ਦੇ ਅਸੂਲਾਂ ਦੇ ਆਧਾਰ ਉੱਤੇ ਹੈ। ਕਿਉਂਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਜੀ ਜਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਅਤੇ ਬਹੁਜਨ ਸਮਾਜ ਪਾਰਟੀ ਜਿਹੜੀ ਹੈ, ਇਹਨਾਂ ਦੀ ਇੱਕੋ ਸੋਚ ਹੈ, ਗਰੀਬਾਂ ਨੂੰ ਉੱਚਾ ਚੁੱਕਣਾ, ਮਜ਼ਦੂਰਾਂ ਨੂੰ ਉੱਚਾ ਚੁੱਕਣਾ, ਜਿਹੜੇ ਮਜ਼ਲੂਮ ਲੋਕ ਹੈ ਉਹਨਾਂ ਨੂੰ ਉਠਾਉਣਾ। ਡਾਕਟਰ ਅੰਬੇਦਕਰ ਦੀ ਸੋਚ ਲੈ ਕੇ ਅਸੀਂ ਹਮੇਸ਼ਾ ਅੱਗੇ ਵਧਦੇ ਹਾਂ। ਇਸੇ ਤਰ੍ਹਾਂ ਕਿਸਾਨ ਕਿਰਤੀ ਉਹ ਇੱਕ ਹਮੇਸ਼ਾ ਚੱਲਦੇ ਹੈ। ਜੇ ਅੱਜ ਉਹਨਾਂ ਦਾ ਗੱਠਜੋੜ ਹੋਇਆ ਇਹ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਜਦੋਂ ਸਰਕਾਰ ਰਹੀ ਹੈ ਉਦੋਂ ਹੀ ਹਮੇਸ਼ਾ ਕਿਰਤੀਆਂ ਦਾ, ਮਜ਼ਦੂਰਾਂ ਦਾ ਬਹੁਤ ਵੱਡਾ ਸਨਮਾਨ ਕੀਤਾ ਔਰ ਉਹੀ ਸੋਚ ਅੱਗੇ ਲੈ ਕੇ ਅਸੀਂ ਇਕੱਠੇ ਤੁਰੇ ਹਾਂ। ਇਹ ਸੋਚ ਦਾ ਰਿਸ਼ਤਾ, ਇਹ ਸਾਂਝ ਜਿਹੜੀ ਹੈ ਸਿਧਾਂਤਕ ਤੌਰ ਤੇ ਹੋਈ ਹੈ, ਇਹ ਕਿਸੇ ਮਤਲਬ ਵਾਸਤੇ ਨਹੀਂ ਹੋਈ। ਮਤ ਕੋਈ ਸੋਚੇ ਕਿ ਅੱਗੇ ਉਹ ਨਹੀਂ ਸੀ ਜਿੱਤਦੇ। ਹੁਣ ਤੁਸੀਂ ਵੇਖ ਲਿਓ ਕਿ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ ਤੇ ਮੈਂ ਇੱਕ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਕੱਲੀ ਸੀਟ ਅਸੀਂ ਵੱਡੇ ਮਾਰਜਨ ਨਾਲ ਜਿੱਤਾਂਗੇ ਵੀ ਔਰ ਇਕੱਠੇ ਹੋ ਕੇ ਇਹਦੀ ਕਾਮਯਾਬੀ ਵੀ ਕਰਾਂਗੇ। ਕਿੰਨੀਆਂ ਸੀਟਾਂ ਦੀ ਗੱਲਬਾਤ ਚੱਲ ਰਹੀ ਸੀ ਕਿ ਬਸਪਾ ਜ਼ਿਆਦਾ ਮੰਗ ਰਹੀ ਸੀ, ਅਕਾਲੀ ਦਲ ਚਾਹੁੰਦਾ ਸੀ ਕੋਈ ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਬਹੁਤ ਹੀ ਇਹ ਗੱਲ ਕਹੀ ਨਹੀਂ ਵੀ ਅਸੀਂ ਕਿੰਨੀਆਂ ਚਾਹੁੰਦੇ ਹਾਂ। ਉਹਨਾਂ ਨੇ ਬੈਠ ਕੇ ਮੈਂ ਸਮਝਦੀ ਜਿੰਨੇ ਇਹ ਵਧੀਆ ਢੰਗ ਨਾਲ ਸ਼ਾਂਤਮਈ ਮਾਹੌਲ ਨਾਲ ਔਰ ਜਿੰਨੇ ਸ਼ਾਰਟ ਟਾਈਮ ਦੇ ਵਿੱਚ ਇਹ ਸਮਝੌਤਾ ਹੋਇਆ, ਸ਼ਾਇਦ ਅਸੀਂ ਵੀ ਨਹੀਂ ਸੋਚ ਸਕਦੇ ਵੀ ਇੰਨੀ ਛੇਤੀ ਇਹ ਸਮਝੌਤਾ ਹੋਏਗਾ। ਔਰ ਸਭ ਤੋਂ ਜਿਹੜੀ ਮੇਨ ਗੱਲ ਹੈ ਕਿ ਜਿਹੜੇ ਸਾਡੇ ਸਿਟਿੰਗ MLA ਹੈ, ਪਹਿਲਾਂ ਉਹਨਾਂ ਦੇ ਦਿਮਾਗ ਸੀ ਕਈ ਵਾਰੀ ਕਿ ਉਹ ਸੀਟਾਂ ਸਾਨੂੰ ਦਿੱਤੀਆਂ ਜਾਣ ਕਿਉਂਕਿ ਉਹ ਸਾਡੇ ਵਿੱਚੋਂ ਗਏ ਹੈ। ਜਿਸ ਤਰ੍ਹਾਂ ਮੰਨ ਲਓ ਆਦਮਪੁਰ ਦੀ ਸੀਟ ਹੈ, ਫਲੋਰ ਦੀ ਸੀਟ ਹੈ, ਬੰਗਾ ਸੀਟ ਹੈ। ਪਰ ਜਦੋਂ ਬਾਦਲ ਸਾਹਿਬ ਨੇ ਦੱਸਿਆ ਕਿ ਉਹ ਸਾਡੇ ਸਿਟਿੰਗ MLA ਹੈ, ਸਾਡੇ ਮਿਨਿਸਟਰ ਰਹੇ ਹੈ, ਇੱਕਦਮ ਭੈਣ ਮਾਇਆਵਤੀ ਨੇ ਕਿਹਾ ਨਹੀਂ, ਅਸੀਂ ਮੰਗ ਹੀ ਨਹੀਂ ਸਕਦੇ ਕਿਉਂਕਿ ਜਿਹੜੇ ਸਿਟਿੰਗ MLA ਹੋਣ, ਸਿਟਿੰਗ ਮੰਤਰੀ ਰਹੇ ਹੋਣ, ਉਹਨਾਂ ਦੀ ਸੀਟਾਂ ਅਸੀਂ ਨਹੀਂ ਲੈ ਸਕਦੇ। ਸੋ ਮੈਂ ਸਮਝਦੀ ਇੰਨੇ ਸੁਖਮ ਮਾਹੌਲ ਦੇ ਵਿੱਚ ਇਹ ਸਾਰਾ ਕੁਝ ਹੋਇਆ ਕਿ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਅਗਵਾਈ ਹੇਠ ਜੋ ਉਹਨਾਂ ਨੇ ਫੈਸਲਾ ਕੀਤਾ ਔਰ ਕੋਰ ਕਮੇਟੀ ਦੇ ਵਿੱਚ ਬੈਠ ਕੇ ਹਰ ਸੀਟ ਨੂੰ ਡਿਸਕਸ ਕੀਤਾ ਤੇ ਨਾਲ ਭੈਣ ਮਾਇਆਵਤੀ ਜੀ ਨੂੰ ਤੇ ਜੋ ਪੰਜਾਬ ਦੇ ਉਹਨਾਂ ਦੇ ਹੈਗੇ ਨੇ ਜਸਵੀਰ ਸਿੰਘ ਗੜੀ ਸਾਹਿਬ, ਸਤੀਸ਼ ਜੀ, ਉਹ ਸਾਰਿਆਂ ਦਾ ਮੈਂ ਧੰਨਵਾਦ ਕਰਦੀ ਹਾਂ। ਬੈਣੀਵਾਲ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਇੱਕ ਦੂਜੇ ਨੂੰ ਇੱਜ਼ਤ ਮਾਣ ਦੇ ਨਾਲ ਇਹ ਸਾਰਾ ਗੱਠਜੋੜ ਕੀਤਾ। ਜਿਸ ਤਰ੍ਹਾਂ ਦੀ ਸੀਟਾਂ ਦੀ ਵੰਡ ਹੋਈ ਹੈ, ਤੁਹਾਨੂੰ ਲੱਗਦਾ ਕਿ 96 ਵਾਲਾ ਜਿਹੜਾ ਗਠਬੰਧਨ ਸੀ ਉਹ ਸਕਸੈਸਫੁਲ ਰਿਹਾ ਸੀ, ਉਸੇ ਤਰ੍ਹਾਂ ਦਾ ਸਰੂਪ ਹੁਣ ਵੀ ਵੇਖਣ ਨੂੰ ਮਿਲੂਗਾ? ਸ਼ਾਇਦ ਉਹ ਤੋਂ ਵੀ ਅੱਗੇ ਵੱਧ ਜਾਏ ਕਿਉਂਕਿ ਸਾਰਾ ਪੰਜਾਬ ਇਸ ਵੇਲੇ ਤੜਪ ਰਿਹਾ ਕਾਂਗਰਸ ਦੇ ਜ਼ੁਲਮਾਂ ਤੋਂ, ਕਾਂਗਰਸ ਦੀਆਂ ਵਧੀਕੀਆਂ ਤੋਂ, ਕਾਂਗਰਸ ਦੇ ਧੱਕਿਆਂ ਤੋਂ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜੋ ਭਾਰਤ ਦੀ ਸਰਕਾਰ ਹੈ ਉਹਦੇ ਖਿਲਾਫ ਲੋਕਾਂ ਦਾ ਅੱਜ ਬੱਚਾ ਕੁਰਲਾ ਰਿਹਾ। ਸੋ ਜਦੋਂ ਭਾਰਤ ਸਰਕਾਰ ਦੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵੀ ਖਿਲਾਫ ਲੋਕਾਂ ਦੀ ਆਵਾਜ਼ ਹੋਵੇ ਤੇ ਕਾਂਗਰਸ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੋਵੇ ਤਾਂ ਫਿਰ ਰਹਿ ਕੀ ਜਾਂਦਾ? ਰਹਿ ਤੇ ਸਿਧਾਂਤਕ ਲੋਕ ਹੀ ਰਹਿੰਦੇ ਆ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਤੇ ਆਸ ਹੈ, ਇਹਦੇ ਨਾਲ ਸਾਨੂੰ ਕਿਰਤੀਆਂ ਨੂੰ ਵੀ ਨਾਲ ਲੈ ਕੇ ਤੁਰੇ ਹਾਂ। ਮੇਰਾ ਖਿਆਲ ਇਹ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ। ਦੇਖੋ, ਨੁਕਸਾਨ ਤਾਂ ਉਹਦਾ ਹੀ ਹੁੰਦਾ ਜਿਹਦੇ ਕਬਜ਼ਾ ਹੋਵੇ, ਤਾਂ ਸਮਝਿਓ ਸਿੱਧੀ ਗੱਲ ਹੈ। ਇੱਕ ਕਬਜ਼ੇ 'ਚ ਬੈਠੇ ਆ, ਇੱਕ ਕਬਜ਼ੇ ਦੀ ਲਈ ਸੋਚੀ ਬੈਠੇ ਸੀਗੇ ਆਮ ਆਦਮੀ ਪਾਰਟੀ ਵਾਲੇ। ਉਹ ਦੋਨਾਂ ਦੇ ਘਰ ਦੇ ਦੀਵਿਆਂ ਦੀ ਰੋਸ਼ਨੀ ਮੱਧਮ ਹੋ ਗਈ। ਦੇਖੋ, ਮੈਂ ਇੱਕ ਗੱਲ ਤੁਹਾਨੂੰ ਦੱਸਾਂ, ਮੈਂ ਪੋਲੀਟਿਕਸ ਵਿੱਚ ਇੱਕ ਗੱਲ ਸਿੱਖੀ ਹੈ ਆਪਣੇ 30-35 ਸਾਲ ਦੇ ਤਜਰਬੇ 'ਚ। ਕਦੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਨਾਲ ਮੈਂ ਸਮਝੌਤਾ ਨਹੀਂ ਕਰਨਾ। ਹਾਂ, ਇੱਕ ਗੱਲ ਕਹਿ ਸਕਦੇ ਹਾਂ, ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਕਦੇ ਸਮਝੌਤਾ ਨਹੀਂ ਕਰ ਸਕਦਾ। ਉਦੋਂ ਬਿਨਾਂ ਬਾਕੀ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ, ਪੰਜਾਬ 'ਚ ਕਾਨੂੰਨ ਦਾ ਰਾਜ ਚਾਹੁੰਦੇ ਨੇ, ਪੰਜਾਬ ਦੀ ਤਰੱਕੀ ਚਾਹੁੰਦੇ ਨੇ, ਉਹਨਾਂ ਤੋਂ ਸਹਿਯੋਗ ਲਿਆ ਵੀ ਜਾ ਸਕਦਾ, ਉਹਨਾਂ ਨੂੰ ਸਹਿਯੋਗ ਦਿੱਤਾ ਵੀ ਜਾ ਸਕਦਾ।
ਸਾਹਿਬ ਨੇ ਕਹਿਤਾ ਵੀ ਅਕਤੂਬਰ ਤੱਕ ਅਸੀਂ ਕਰ ਦਾਂਗੇ, ਤਾਂ ਫਿਰ ਜੁਆਇੰਟਲੀ ਤੌਰ ਤੇ ਬਣਾਇਆ ਨਹੀਂ, ਮੈਨੀਫੈਸਟੋ ਆਪਣੀਆਂ ਪਾਰਟੀਆਂ ਦਾ ਹੁੰਦਾ, ਸਰਕਾਰਾਂ ਚਲਾਉਣ ਲਈ ਮਿਨੀਮਮ ਕਾਮਨ ਪ੍ਰੋਗਰਾਮ ਅਲੱਗਾ ਹੁੰਦਾ। ਦੇਖੋ, ਮੈਨੀਫੈਸਟੋ ਪੋਲੀਟੀਕਲ ਪਾਰਟੀ ਦਾ ਏਜੰਡਾ ਹੁੰਦਾ, ਉਹ ਹਰ ਪਾਰਟੀ ਦਾ ਆਪਣਾ ਹੁੰਦਾ, ਅਲਾਇੰਸ ਪਾਰਟਨਰ ਦਾ ਆਪਣਾ ਹੋਊਗਾ, ਪਰ ਉਦੋਂ ਬਾਅਦ ਜਿਹੜਾ ਸਰਕਾਰ ਬਣਨ ਦੇ ਸਾਰ ਜਿਹੜਾ ਮਿਨੀਮਮ ਕਾਮਨ ਪ੍ਰੋਗਰਾਮ ਹੋਊਗਾ ਉਹ ਸਰਕਾਰ ਲਈ ਤੈਅ ਕੀਤਾ ਜਾਊਗਾ। ਇੱਕ ਚੀਜ਼ ਖਾਸ ਪ੍ਰਧਾਨ ਸਾਹਿਬ ਦੇ ਬਿਆਨ ਦੇ ਵਿੱਚ ਆਈ, ਕੱਲ ਮੈਨੀਫੈਸਟੋ ਨੂੰ ਲੈ ਕੇ ਆਮ ਤੌਰ ਤੇ ਦਾ ਲੀਡਰ ਕਹਿੰਦੇ ਨੇ ਵੀ ਅਸੀਂ ਸਭ ਕੁਝ ਦੇ ਦਾਂਗੇ, ਇਹ ਕਰ ਦਾਂਗੇ। ਉਹਨਾਂ ਨੇ ਨਾਲ ਇੱਕ ਗੱਲ ਇਹ ਵੀ ਕਹੀ, ਕਹਿੰਦੇ ਉਨੀ ਗੱਲ ਕਰੂੰਗਾ, ਬੇਸ਼ੱਕ ਘੱਟ ਕਰਨੀ ਪੈ ਜਾਏ, ਵੀ ਜਿੰਨੀ ਕੁ ਦੇਣੀ ਦੇ ਸਕਾ ਕੱਲ ਨੂੰ ਮੈਂ ਇਹ ਨਾ ਹੋਵੇ। ਦੇਖੋ ਮੈਂ ਤੁਹਾਨੂੰ ਇਹ ਦੱਸਦਾ, ਤੁਸੀਂ ਇਹ ਮੇਰੀ ਦਿਖਾ ਜ਼ਰੂਰ ਦੇਣਾ। ਜਦ ਪਹਿਲੀ ਵਾਰ ਅਸੀਂ ਸ਼ਗਨ ਸਕੀਮ ਜਾਰੀ ਕੀਤੀ ਨਾ, ਲਾਗੂ ਕੀਤੀ, ਤੇ ਆਟਾ ਦਾਲ ਸਕੀਮ, ਤੇ ਬਾਲ ਸਾਹਿਬ ਦੀ 9 ਸੈਕਟਰ ਵਾਲੀ ਕੋਠੀ 'ਚ ਮੀਟਿੰਗ ਹੋ ਰਹੀ ਸੀ। ਬੜਾ ਹੋਇਆ, ਕੋਈ ਕਹਿੰਦਾ ਸ਼ਗਨ 1100 ਦੇ ਦਿਓ, ਕੋਈ ਕਹਿੰਦਾ 2100 ਦੇ ਦਿਓ। ਐਂਡ ਇੱਥੇ ਮੈਂ ਇਹ ਵੀ ਕਹਿਣੋਂ ਤੁਹਾਨੂੰ ਨਹੀਂ ਸੰਗੂਗਾ ਕਿ ਸ਼ਗਨ ਦਾ ਕਨਸੈਪਟ ਸਾਨੂੰ ਮਿਸਿਸ ਸੁਰਿੰਦਰ ਕੌਰ ਬਾਦਲ ਨੇ ਦਿੱਤਾ। ਮੀਟਿੰਗ ਹੋ ਰਹੀ ਸੀ ਤੇ ਬੀਜੀ ਕੋਲੋਂ ਦੀ ਲੰਘੇ, ਉਹ ਕਹਿੰਦੇ ਮੈਂ ਪਿੰਡਾਂ 'ਚ ਗਰੀਬਾਂ ਦੇ ਵਿਆਹਾਂ ਤੇ ਜਾਂਦੀ ਆ, ਤੇ ਜਦ ਮੈਂ ਉਹਨਾਂ ਨੂੰ 1100 ਸ਼ਗਨ ਪਾਉਂਦੀ, ਬੜੇ ਖੁਸ਼ ਹੁੰਦੇ ਆ ਕਿ ਸਾਡੀ ਮਦਦ ਹੋ ਗਈ। ਜਦ ਕਿਸੇ ਨੇ ਕਹਿਤਾ, ਵਿੱਚੋਂ ਸਾਡੇ ਇੱਕ ਮੈਂਬਰ ਨੇ, ਅੱਜ ਉਹ ਸਰੀਰਕ ਤੌਰ ਤੇ ਹਾਜ਼ਰ ਨਹੀਂ, ਕਿ ਜੀ ਅਨਾਊਂਸ ਭਾਵੇਂ 11,000 ਕਰ ਦਿਓ, ਬਾਕੀ ਸਰਕਾਰ ਬਣੀ ਤੋਂ ਦੇਖ ਲਾਂਗੇ। ਬਾਲ ਸਾਹਿਬ ਨੇ ਕਿਹਾ ਨਹੀਂ ਸਰ ਸਾਹਿਬ, ਮੈਂ ਉਹ ਗੱਲ ਕਹਿਣੀ ਹੈ ਜਿਹੜੀ ਮੈਂ ਕਰਨੀ ਹੈ। ਅਕਾਲੀ ਦਲ ਨੇ ਹਮੇਸ਼ਾ ਉਹ ਕਹੀ ਹੈ ਜਿਹੜੀ ਕੀਤੀ ਹੈ, ਇਸ ਕਰਕੇ ਸਾਡੀ ਕਮਿਟਮੈਂਟ ਉਹੀ ਹੋਊਗੀ ਜਿਹੜੀ ਅਸੀਂ ਕਰ ਸਕਾਂਗੇ। ਐਂਡ ਤੁਸੀਂ ਪਿਛਲਾ ਮੈਨੀਫੈਸਟੋ ਸਾਡਾ ਦੇਖ ਲਓ, 2007 ਵਾਲਾ, 2012 ਵਾਲਾ, ਅਸੀਂ ਮੋਰ ਦੈਨ 90% ਅਸੀਂ ਇੰਪਲੀਮੈਂਟ ਕੀਤਾ। ਐਂਡ ਉਹ ਕਈ ਗੱਲਾਂ ਉਦੋਂ ਵੱਧ ਜਾ ਕੇ ਕੀਤੀਆਂ ਨੇ। ਕੀ ਕਹੋਗੇ ਜਿਹੜਾ ਬੀਐਸਪੀ ਅਤੇ ਅਕਾਲੀ ਦਲ ਦਾ ਜੋ ਸਮਝੌਤਾ ਹੋਇਆ ਹੈ ਇਸ ਸੰਬੰਧ ਦੇ ਵਿੱਚ? ਇਹ ਜਿਹੜਾ ਬੀਐਸਪੀ ਤੇ ਅਕਾਲੀ ਦਲ ਦਾ ਸਮਝੌਤਾ ਹੋਇਆ, ਇਹ ਇੱਕ ਬਹੁਤ ਹੀ ਸ਼ਲਾਘਾਯੋਗ ਆ ਇਤਿਹਾਸਕ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਬੀਐਸਪੀ ਦੇ ਨੈਸ਼ਨਲ ਪ੍ਰਧਾਨ ਭੈਣ ਮਾਇਆਵਤੀ ਜੀ ਨੇ ਜੋ ਕੀਤਾ, ਇਹ ਬਹੁਤ ਹੀ ਸ਼ਲਾਘਾਯੋਗ ਆ ਇਤਿਹਾਸਕ ਫੈਸਲਾ। ਇਹੋ 1996 ਦੇ ਵਿੱਚ ਵੀ ਬੀਐਸਪੀ ਤੇ ਅਕਾਲੀ ਦਲ ਦਾ ਸਮਝੌਤਾ ਹੋਇਆ ਸੀ। ਉਸ ਸਮੇਂ ਪੰਜਾਬ ਦੇ ਵਿੱਚ ਬੀਐਸਪੀ ਤੇ ਅਕਾਲੀ ਦਲ ਨੇ ਜਦੋਂ ਇਲੈਕਸ਼ਨ ਲੜਿਆ ਸੀ ਪਾਰਲੀਮੈਂਟ ਦਾ, ਤੇ 13 ਦੇ ਵਿੱਚੋਂ 11 ਸੀਟਾਂ ਜਿੱਤ ਕੇ ਸਾਡੇ ਮੈਂਬਰ ਪਾਰਲੀਮੈਂਟ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗਏ ਸੀ। ਬਹੁਤ ਵੱਡਾ ਉਸ ਵੇਲੇ ਜਿੱਤ ਪ੍ਰਾਪਤ ਹੋਈ ਸੀ। ਸਰ, ਤੁਹਾਨੂੰ ਅਕਾਲੀ ਦਲ ਤੇ ਅਤੇ ਬਸਪਾ ਜਿਹੜੇ ਗੱਠਜੋੜ ਹੋਇਆ ਹੈ ਕਿ ਬੀਚ? ਦੇਖੋ, ਪਾਰਟੀਆਂ ਜਿਸ ਵੇਲੇ ਅਲਾਈਅੰਸ ਹੁੰਦੇ ਆ, ਉਹ 'ਚ ਫਾਇਦੇ ਵੀ ਹੁੰਦੇ ਆ। ਜੇ ਬੀਜੇਪੀ ਦਾ ਸਮਝੌਤਾ ਟੁੱਟਿਆ, ਉਹਦੇ ਨੁਕਸਾਨ ਵੀ ਹੁੰਦੇ ਆ। ਜੇ ਨੁਕਸਾਨ ਅਕਾਲੀ ਦਲ ਨੂੰ, ਤਾਂ ਬੀਜੇਪੀ ਨੂੰ ਬਹੁਤ ਵੱਡਾ ਨੁਕਸਾਨ ਆ, ਕਿਉਂਕਿ ਬੀਜੇਪੀ ਨੇ ਪੰਜਾਬ ਦੇ ਵਿੱਚ ਭਾਈਵਾਲ, ਸੈਂਟਰ ਦੇ ਵਿੱਚ ਸਰਕਾਰ ਬਣ ਗਈ। ਜਦੋਂ ਸੈਂਟਰ ਦੇ ਵਿੱਚ ਸਰਕਾਰ ਬਣ ਗਈ ਤੇ ਮੋਦੀ ਨੂੰ ਦੂਜੀ ਵਾਰੀ ਜਿੱਤਣ ਦਾ ਹੰਕਾਰ ਹੋ ਗਿਆ, ਤੇ ਜਿੱਥੇ ਕਿਸਾਨੀ ਦੇ ਕਾਲੇ ਕਾਨੂੰਨ ਲੈ ਕੇ ਦੇਸ਼ ਦੀ ਪਾਰਲੀਮੈਂਟ ਤੇ ਰਾਜ ਸਭਾ ਦੇ ਵਿੱਚ ਉਹਨੂੰ ਪਾਸ ਕੀਤੇ ਆ, ਉਹ ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ, ਵਪਾਰੀ ਵਰਗ ਦੇ ਨਾਲ ਔਰ ਦੇਸ਼ ਵਾਸੀਆਂ ਨਾਲ ਬਹੁਤ ਵੱਡਾ ਧੋਖਾ ਕੀਤਾ ਮੋਦੀ ਨੇ। ਇਸ ਕਰਕੇ ਅੱਜ ਅਸੀਂ ਉਹਨਾਂ ਦਾ ਸਾਥ ਵੀ ਇਸੇ ਕਰਕੇ ਛੱਡਿਆ ਕਿ ਬਹੁਤ ਵੱਡਾ ਮੋਦੀ ਨੇ ਨੁਕਸਾਨ ਕਰਤਾ ਦੇਸ਼ ਦਾ। ਅੱਜ ਸਾਡਾ ਬੀਐਸਪੀ ਅਕਾਲੀ ਦਲ ਦਾ ਜੋ ਫੈਸਲਾ ਹੋਇਆ ਸਮਝੌਤਾ, ਇਹ ਮੈਂ ਸਮਝਦਾ ਪੰਜਾਬ ਦੇ ਵਿੱਚ ਆਉਣ ਵਾਲੀ ਵਿਧਾਨ ਸਭਾ ਦੀਆਂ ਚੋਣਾਂ ਵੀ ਆ ਰਹੀਆਂ, ਉਹਦੇ ਵਿੱਚ ਇੱਕ ਹੁੰਜਾ ਫੇਰ ਜਿੱਤ ਜਿਹੜੀ ਆ ਉਹ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਆਪਣੇ ਬੀਐਸਪੀ ਦੀ ਹੋਣ ਜਾ ਰਹੀ ਆ। ਇਸ ਕਰਕੇ ਇਹ ਤੁਹਾਡੇ ਸਾਹਮਣੇ ਆ। ਅੱਜ ਜਿਹੜੀਆਂ ਦੂਜੀਆਂ ਪਾਰਟੀਆਂ ਵੀ ਆ, ਉਹ ਵੀ ਇਹ ਕਹਿਣ ਲੱਗ ਪਈਆਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦੀ ਸਰਕਾਰ ਜਿਹੜੀ ਆ 22 ਦੇ ਵਿੱਚ ਆਈ ਤਾਂ ਆਈ ਆ। ਜਿਹੜਾ ਅਕਾਲੀ ਦਲ ਅਤੇ ਬਸਪਾ ਦੇ ਵਿਚਕਾਰ ਸਮਝੌਤਾ ਹੋਇਆ, ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪੰਜਾਬ ਦੇ ਅੰਦਰ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਲਈ ਅੱਜ ਸਮਝੌਤਾ ਹੋਇਆ, ਇਹਦਾ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਸਵਾਗਤ ਕਰਦੇ ਹਾਂ ਔਰ ਦੋਨੋਂ ਪਾਰਟੀਆਂ ਦੀ ਹਾਈ ਕਮਾਂਡ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬੜੀ ਦੂਰ ਅੰਦੇਸ਼ੀ ਦੇ ਨਾਲ ਕਿਸਾਨ ਔਰ ਮਜ਼ਦੂਰ ਨੂੰ ਪੰਜਾਬ ਦੇ ਅੰਦਰ ਇਕੱਠਾ ਕਰਕੇ ਇਹ ਉਪਰਾਲਾ ਕੀਤਾ ਕਿ 2022 ਦੇ ਅੰਦਰ ਜਿਹੜਾ ਹੈ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਅਸੀਂ ਪੰਜਾਬ ਦੇ ਅੰਦਰ ਕਿਸਾਨ, ਮਜ਼ਦੂਰ,
ਬੇਰੁਜ਼ਗਾਰ ਵਪਾਰੀ, ਛੋਟਾ ਵਪਾਰੀ, ਉਹਨਾਂ ਦਾ ਅਸੀਂ ਭਲਾ ਜਿਹੜਾ ਹੈ ਉਹ ਕਰ ਸਕਦੇ ਹਾਂ। ਔਰ ਇਹਦੇ ਲਈ ਮੈਂ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਔਰ ਇਸ ਸਮਝੌਤੇ ਦਾ ਸਵਾਗਤ ਕਰਦਾ। ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਜਿਹੜਾ ਇਹ ਸਮਝੌਤਾ ਕੀਤਾ, ਕਿਉਂਕਿ ਵਰਕਰਾਂ ਦੀ ਬਹੁਤ ਚਿਰ ਤੋਂ ਡਿਮਾਂਡ ਸੀ, ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਥੱਲੇ ਵਾਲਾ ਵਰਕਰ ਸੀ, ਚਾਹੇ ਬਹੁਜਨ ਸਮਾਜ ਪਾਰਟੀ ਦਾ ਵਰਕਰ ਸੀ, ਉਹਨਾਂ ਦੀ ਬਹੁਤ ਸਮੇਂ ਤੋਂ ਡਿਮਾਂਡ ਸੀ ਵੀ ਬਸਪਾ ਔਰ ਅਕਾਲੀ ਦਲ ਦਾ ਸਮਝੌਤਾ ਹੋਣਾ ਚਾਹੀਦਾ, ਕਿਉਂਕਿ ਸਮਝੌਤਾ ਪਹਿਲਾਂ ਅਸੀਂ ਕਰਕੇ ਇਲੈਕਸ਼ਨ ਲੜ ਚੁੱਕੇ ਹਾਂ। 1996 ਦੇ ਵਿੱਚ 13 ਦੇ ਵਿੱਚੋਂ 11 ਮੈਂਬਰ ਪਾਰਲੀਮੈਂਟ ਬਹੁਜਨ ਸਮਾਜ ਪਾਰਟੀ ਔਰ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਇਤਿਹਾਸਕ ਜਿੱਤ ਪੈਦਾ ਕੀਤੀ ਸੀ। ਇਸ ਕਰਕੇ ਬਲਾਚੌਰ ਦੇ ਕੀ ਹਾਲਾਤਾਂ ਨੇ? ਬਲਾਚੌਰ ਦੀ ਜੇ ਗੱਲ ਕਰੀਏ, ਬਲਾਚੌਰ ਦੇ ਹਾਲਾਤ ਪਿਛਲੀ ਵਾਰ ਤੁਹਾਨੂੰ 12,000 ਵੋਟਾਂ ਮਿਲੀਆਂ, ਉਹ ਤੋਂ ਪਿੱਛੇ ਥੋੜੇ ਜਿਹਾ 22,000 ਦੀਆਂ। ਸ਼ਾਮ ਲਾਲ ਜੀ 2012 ਦੇ ਵਿੱਚ ਅਸੀਂ 23,000 ਦੇ ਕਰੀਬ ਵੋਟ ਲੈ ਗਏ ਸੀ ਔਰ ਦੂਜੇ ਨੰਬਰ ਤੇ ਬਲਾਚੌਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਰਹੀ ਸੀ। ਪਰ ਅਗਲੀ ਵਾਰ ਘਟ ਗਏ ਸੀ। ਅਗਲੀ ਵਾਰ ਘਟ ਗਈ, ਲੇਕਿਨ ਪਿਛਲੇ ਇਲੈਕਸ਼ਨ 2019 ਦੇ ਵਿੱਚ ਅਸੀਂ ਫਿਰ 22,500 ਵੋਟ ਲਈ ਆ, ਫਿਰ ਵੱਧ ਗਏ, ਫਿਰ ਸਾਡੀ ਵੋਟ ਵਧੀ ਆ। ਇਸ ਕਰਕੇ ਸਾਡੀ 22,000 ਵੋਟ ਇਸ ਵਾਰ ਜੋ ਲੋਕਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਗੁੱਸਾ ਆ, ਪੰਜਾਬ ਦਾ ਦਲਿਤ ਕਾਂਗਰਸ ਨੂੰ ਬਖਸ਼ਣ ਵਾਲਾ ਨਹੀਂ, ਕਿਉਂਕਿ ਜੋ ਸਕਾਲਰਸ਼ਿਪ ਦਾ ਘੁਟਾਲਾ ਹੋਇਆ, ਬੱਚਿਆਂ ਦੇ ਜਿਹੜੀਆਂ 3 ਲੱਖ ਬੱਚਿਆਂ ਦੀਆਂ ਡਿਗਰੀਆਂ ਅਜੇ ਤੱਕ ਕਾਲਜਾਂ ਵਿੱਚ ਰੁਕੀਆਂ ਹੋਈਆਂ, ਸਰਕਾਰ ਨੇ ਪੰਜਾਬ ਦੀ ਨੇ ਕੋਈ ਪੈਸਾ ਨਹੀਂ ਦਿੱਤਾ। ਇਸ ਕਰਕੇ ਪੰਜਾਬ ਦਾ ਦਲਿਤ, ਮਜ਼ਦੂਰ ਔਰ ਕਿਸਾਨ ਇਸ ਵਾਰ ਇਹਨਾਂ ਨੂੰ ਬਖਸ਼ੇਗਾ ਨਹੀਂ। ਬਹੁਤ ਵੱਡੇ ਮਾਰਜਨ ਨਾਲ ਬਲਾਚੌਰ ਦੀ ਸੀਟ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਭੇਜਾਂਗੇ। ਜੇ ਅੱਜ ਜੋੜ ਜੀ ਕੀਤਾ ਜਾਵੇ 12,200 ਕਿੰਨੇ 72 ਵੋਟਾਂ ਤੇ ਅਕਾਲੀ ਦਲ ਦਾ, ਤਾਂ ਵੀ ਕਾਂਗਰਸ ਅੱਜ ਦੀ ਡੇਟ ਦੀ ਜਿੱਤੀ ਹੋਈ ਹੈ। ਆਜੋ ਜੀ ਅੱਗੇ। ਅਕਾਲੀ ਦਲ ਦੇ ਵੀ ਕਾਫੀ ਮੈਂਬਰ ਹੈ, ਕਿਉਂਕਿ ਸਮਝੌਤਾ ਹੋਇਆ, ਸਮਝੌਤੇ ਦੀ ਗੱਲ ਕਰਦੇ ਹਾਂ। ਕਿੰਨੀ ਕੁ ਖੁਸ਼ੀ ਹੈ ਜੀ ਸਮਝੌਤਾ ਹੋਣ ਨਾਲ? ਦੇਖੋ ਸ਼ਾਮ ਲਾਲ ਜੀ, ਦਦਾਰ ਜੀ, ਜੇ ਖੁਸ਼ੀ ਦੀ ਗੱਲ ਕਰੀਏ, ਮੈਂ ਸਮਝਦਾ ਵੀ ਬਹੁਤ ਵੱਡਾ ਖੁਸ਼ੀ ਦਾ ਇਜ਼ਹਾਰ ਹੈ ਜਿਹੜਾ ਅੱਜ ਨਾ ਖੁਸ਼ੀ ਦਾ ਇਸ ਕਰਕੇ ਇਜ਼ਹਾਰ ਹੈ ਵੀ ਜੋ ਕੁਝ ਕਾਂਗਰਸ ਪਾਰਟੀ ਨੇ ਲੁੱਟ ਖਸੁੱਟ ਕੀਤੀ ਹੈ ਉਹਦਾ ਹਿਸਾਬ ਤਾਂ ਲੈਣ ਵਾਸਤੇ ਜਿਹੜੀਆਂ ਸਾਡੇ ਦੋਨੋਂ ਪਾਰਟੀਆਂ ਜਿਹੜਾ ਸਮਝੌਤਾ ਕੀਤਾ ਅੱਜ, ਮੈਂ ਸਮਝਦਾ ਖੁਸ਼ੀ ਆ, ਹਰ ਵਰਗ ਦੇ ਵਿੱਚ ਖੁਸ਼ੀ ਹੈ ਇਹ, ਕਿਉਂਕਿ ਇਹਨਾਂ ਨੇ ਕਿਸੇ ਵੀ ਵਰਗ ਨੂੰ ਬਖਸ਼ਿਆ ਨਹੀਂ ਕਾਂਗਰਸ ਪਾਰਟੀ ਨੇ। ਔਰ ਦੋਨੋਂ ਪਾਰਟੀਆਂ ਜਿਹੜੀਆਂ ਆਪਣੇ ਅਕਾਲੀ ਦਲ ਤੇ ਬੀਐਸਪੀ ਪਾਰਟੀਆਂ, ਬਲਾਚੌਰ ਦੇ ਲੋਕਾਂ 'ਚ ਗੁੱਸਾ ਆਏਗਾ। ਮੈਂ ਕਿਹਾ ਜੀ ਬਲਾਚੌਰ ਤੁਹਾਡੇ ਸਾਹਮਣੇ ਹੈ ਨਾ, 2022 ਦੇ ਵਿੱਚ ਜੋ ਕੋਈ ਨਿਚੋੜ ਆਣਾ ਹੈ, ਮੈਂ ਕਹਿੰਦਾ ਜੇ ਚੌਥੇ ਨੰਬਰ ਤੇ ਨਾ ਆਇਆ ਕਾਂਗਰਸ ਤੋਂ ਸਾਨੂੰ ਕਹਿ ਦਿਓ। ਇੰਨੀ ਖੁਸ਼ੀ ਹੈ ਲੋਕਾਂ ਦੇ ਵਿੱਚ ਇਸ ਫੈਸਲੇ ਦੀ, ਜੋ ਬੀਐਸਪੀ ਦਾ ਤੇ ਆਪਣੇ ਅਕਾਲੀ ਦਲ ਦਾ ਫੈਸਲਾ ਹੋਇਆ। ਤੁਹਾਡੇ ਸਾਹਮਣੇ ਹੈ ਨਾ, 2022 ਦੇ ਵਿੱਚ ਬੜੀ ਮੋਟੀ ਲੀਡ ਦੇ ਨਾਲ ਆਪਾਂ ਜਿੱਤਾਂਗੇ ਵਿਧਾਨ ਸਭਾ 'ਚ। ਆਪਣਾ ਜੋ ਵੀ ਜਿਹਨੂੰ ਵੀ ਟਿਕਟ ਮਿਲੀ ਵਿਧਾਨ ਸਭਾ ਭੇਜਾਂਗੇ ਔਰ ਮੰਤਰੀ ਬਣਾ ਕੇ ਇੱਥੇ ਤੁਹਾਡੇ ਸਾਹਮਣੇ ਖੜਾ ਕਰਾਂਗੇ। ਅੱਜ ਬਿਮਲ ਜੀ ਮੁੱਦੇ ਕਿਹੜੇ ਆ? ਬਹੁਜਨ ਸਮਾਜ ਪਾਰਟੀ ਤੁਹਾਡੇ ਨਾਲ ਆ ਗਈ ਆ, ਅਕਾਲੀ ਦਲ ਪਹਿਲਾਂ ਮੁੱਦੇ ਲੈ ਕੇ ਤੁਰੇਗਾ, ਅੱਜ ਕੋਈ ਇੱਕ ਮੁੱਦਾ ਦੱਸੋਗੇ ਬਲਾਚੌਰ 'ਚ ਜਿਹੜੇ ਇਕੱਠੇ ਹੋ ਕੇ ਲੜ ਸਕਦੇ? ਨਹੀਂ, ਮੁੱਦਾ ਤਾਂ ਸਾਰੇ ਮੁੱਦੇ ਇਸ ਟਾਈਮ ਸਾਡੇ ਜਿਹੜੇ ਹੈਗੇ ਤੁਹਾਡੇ ਸਾਹਮਣੇ ਆ। ਜਿਸ ਤਰ੍ਹਾਂ ਹੁਣ ਜੇ ਇਹਨਾਂ ਨੇ ਅਸੀਂ ਸੜਕ ਮੇਨ ਸ਼ਹਿਰ ਦੀ ਗੱਲ ਕਰ ਲਈਏ, ਸ਼ਹਿਰ ਦੇ ਵਿੱਚ ਜੋ ਪੱਖਵਾਦ ਹੋ ਰਿਹਾ ਇਸ ਟਾਈਮ ਬਲਾਚੌਰ ਦੇ ਵਿੱਚ, ਮੈਂ ਕਿ ਸਮਝਦਾ ਵੀ ਕਦੇ ਵੀ ਨਹੀਂ ਹੋਇਆ, ਕਿਸੇ ਵੀ ਸਰਕਾਰ ਦੇ ਵਿੱਚ ਨਹੀਂ ਹੋਇਆ। ਜੇ ਹੁਣ ਬਾੜਾਂ ਦੀ ਗੱਲ ਕਰ ਲਈਏ, ਇੱਥੇ ਰੌਲਾ ਪਾਈਏ ਤੇ ਅਸੀਂ ਜਿਹੜੀ ਇੱਥੇ ਨਕਸ਼ਾ ਬਦਲਤਾ ਬਲਾਚੌਰ ਦਾ, ਤੁਸੀਂ ਮਹਿੰਦੀਪੁਰ 15 ਨੰਬਰ ਵਾਰਡ ਦਾ, ਮੇਰੇ ਵਾਲੇ ਵਾਰਡ ਦਾ ਹਾਲਾਤ ਦੇਖ ਲਓ ਜਾ ਕੇ, ਕੀ ਹਾਲਾਤ ਹੈ 15 ਨੰਬਰ ਵਾਰਡ ਦੇ, ਔਰ ਤੁਸੀਂ ਉਹ ਮੰਡਿਆਣੀ ਰੋਡ ਦੇ ਹਾਲਾਤ ਦੇਖ ਲਓ। ਜੇ ਆਪਾਂ ਇਹ ਕਹੇ ਵੀ ਇੱਕ ਸੜਕ ਬਣਾ ਕੇ ਆਪਾਂ ਇਹ 10 ਸੜਕਾਂ ਗਲੀਆਂ ਨਾਲੀਆਂ ਚੋਂ ਨਿਕਲ ਕੇ ਹਾਂਜੀ ਸਟੱਡੀ ਵੱਲ ਨੂੰ ਜਾਂ ਨੌਕਰੀਆਂ ਜਿਹੜੀਆਂ ਵਾਅਦੇ ਕੀਤੇ ਸੀਗੇ ਜਾਂ ਨਸ਼ੇ ਦੇ ਉੱਤੇ, ਇਹ ਬਸਪਾ ਔਰ ਅਕਾਲੀ ਦਲ ਕਦੋਂ ਇਸ ਮੁੱਦੇ ਤੇ ਆਵੇ? ਮੈਂ ਕਿਹਾ ਜੀ ਇਹ ਬਸਪਾ ਔਰ ਅਕਾਲੀ ਦਲ ਜਿਹੜੀ ਇਸ ਟਾਈਮ ਹੀ ਜਿਹੜਾ ਨਾਲ ਦੀ ਨਾਲ ਸਰਕਾਰ ਬਣਦੇ ਨਾਲ ਹੀ ਜਿਹੜਾ ਇਹਨਾਂ ਨੇ ਝੂਠੇ ਜਿਹੜਾ ਇਹਨਾਂ ਨੇ ਸਾਨੂੰ ਬਦਨਾਮ ਕਰਕੇ ਜਿਹੜਾ ਆਪਣੀ ਸਰਕਾਰ ਬਣਾਈ ਨਾ, ਉਹਦੇ ਤੁਹਾਡੇ ਸਾਹਮਣੇ ਆਏ ਨਾ। ਔਰ ਜਿਹੜੇ ਬਾਕੀ ਆਪਾਂ ਕਿਸੇ ਵੀ ਦੂਏ ਦੀ ਗੱਲ ਕਰ ਲਈਏ, ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਬਸਪਾ ਜਿਹੜੀ ਆ ਹਰ ਚੀਜ਼ ਤੇ ਪੂਰਾ ਉਤਰੇਗੀ, ਪੂਰਾ ਕੰਮ ਕਰੇਗੀ, ਹਰ ਪਾਸੇ ਵਿਕਾਸ ਕਰੇਗੀ। ਧੰਨਵਾਦ ਸੁਨੀਤਾ ਚੌਧਰੀ ਤੇ ਨਾਲ ਰਾਜਵੰਦਰ ਲੱਕੀ ਜੀ, ਸਾਰਿਆਂ ਨਾਲ ਗੱਲ ਕਰਾਂਗੇ ਛੋਟੀ ਛੋਟੀ। ਤੇ ਸਿੰਧਾ ਜੀ, ਕੀ ਭਰੋਸਾ ਹੁਣ ਦੋ ਹੀ ਪਾਰਟੀਆਂ ਇੱਕ ਹੋ ਗਈਆਂ, ਨਵਾਂ ਸ਼ਹਿਰ ਦੀ ਸੀਟ ਬਸਪਾ ਦੇ ਹਿੱਸੇ ਆ ਗਈ, ਬਲਾਚੌਰ ਤੇ ਬੰਗਾ ਜਿਹੜੀ ਹੈ ਉਹ ਅਕਾਲੀ ਦਲ ਦੇ ਹਿੱਸੇ ਆ, ਇੱਥੋਂ ਕੀ ਉਮੀਦਾਂ ਆ? ਸਭ ਤੋਂ ਪਹਿਲੇ ਤਾਂ ਮੈਂ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦੀ ਹਾਂ ਕਿ ਜੋ ਅੱਜ ਇਹ ਗਠਜੋੜ ਹੋਇਆ, ਇਹਦੇ ਲਈ ਬਸਪਾ ਪ੍ਰਧਾਨ ਸਾਡੇ ਪੰਜਾਬ ਦੇ ਮੇਰੇ ਵੱਡੇ ਵੀਰ ਜਸਵੀਰ ਗੜੀ ਜੀ ਦੀ ਦੂਰਅੰਦੇਸ਼ੀ ਸੋਚ ਦਾ, ਉਹਨਾਂ ਨੇ ਵੱਡੀ ਸੋਚ ਸੋਚੀ, ਜੋ ਗਰੀਬ ਮਜ਼ਦੂਰ ਤੇ ਕਿਸਾਨਾਂ ਦੇ ਹੱਕ ਲਈ ਇਹ ਵੱਡਾ ਫੈਸਲਾ ਲਿਆ। ਆਉਣ ਵਾਲੇ ਸਮੇਂ ਦੇ ਵਿੱਚ ਬਲਾਚੌਰ ਦੇ ਵਿੱਚ ਜਿਸ ਤਰ੍ਹਾਂ ਮੇਰੇ ਪਿਤਾ ਜੀ ਅਕਾਲੀ ਦਲ ਨੂੰ ਖੜਾ ਕੀਤਾ, ਬੀਐਸਪੀ ਦੇ ਹਰਬੰਸ ਜੀ ਨਾਲ ਬੈਠ ਕੇ
ਆਪਣਾ ਇੱਕ ਮੇਲ ਬਣਾ ਕੇ ਕੰਮ ਕਰਦੇ ਸੀ, ਉਸੇ ਤਰ੍ਹਾਂ ਹੀ ਪੂਰਾ ਅਕਾਲੀ ਦਲ ਇਸ ਕੰਮ ਦੇ ਵਿੱਚ ਇਹਨਾਂ ਦੇ ਨਾਲ ਖੜੇਗਾ ਤੇ ਆਉਣ ਵਾਲੇ ਸਮੇਂ 'ਚ ਇੱਕ ਨਵੀਂ ਜਿਹੜੀ ਰੂਪ ਰੇਖਾ ਬਲਾਚੌਰ ਦੇ ਵਿੱਚ ਰਾਜਨੀਤੀ ਨੂੰ ਜਿੰਨਾ ਪੱਧਰ ਥੱਲੇ ਲੈ ਕੇ ਗਏ ਆ ਉਹਨੂੰ ਉੱਪਰ ਚੁੱਕਣ ਦੇ ਵਿੱਚ ਪੂਰਾ ਮਿਹਨਤ ਨਾਲ ਅੱਗੇ ਵਧੇ। ਲੱਕੀ ਜੀ ਕੀ ਕਹਿਣਾ ਤੁਹਾਡਾ ਸਮਝੌਤੇ ਬਾਰੇ ਕੀ ਕਹਿਣਾ? ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਜਿਹਨੂੰ ਵੀ ਮਿਲੇਗੀ ਸਾਰੇ ਡਟ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਤੇ ਵਰਕਰ ਪੂਰੀ ਤਨਦੇਹੀ ਨਾਲ ਮਿਹਨਤ ਨਾਲ ਮਿਲ ਕੇ ਕੰਮ ਕਰਨਾ। ਇਹ ਪਾਰਟੀ ਦਾ ਫੈਸਲਾ, ਬਹੁਤ ਜਲਦ ਪਾਰਟੀ ਫੈਸਲਾ ਲੱਕੀ ਜੀ ਸਮਝੌਤੇ ਬਾਰੇ ਕੀ ਕਹਿਣਾ ਚਾਹੁੰਦੇ ਆ? ਹੁਣ ਮੁੱਦੇ ਜ਼ੋਰਦਾਰ ਚੱਕੇ ਜਾਓਗੇ, ਪਹਿਲਾਂ ਵੀ ਚੱਕਦੇ ਆ, ਤੇ ਹੁਣ ਕੀ ਲੱਗਦਾ ਕਿ ਕੀ ਨਵਾਂ ਕੀ ਕਰੋਗੇ? 20 ਸੀਟਾਂ ਤੇ ਲੜ ਰਹੀ ਹੈ, ਨਵਾਂ ਸ਼ਹਿਰ ਉੱਧਰ ਚੱਲ ਗਈ ਤੇ ਬਲਾਚੌਰ ਤੁਹਾਡੇ ਪਲੜ ਚ। ਮੈਂ ਸਮਝਦਾ ਕਿ ਇਹ ਜਿਹੜਾ ਸਮਝੌਤਾ ਹੋਇਆ ਇਹ ਇੱਕ ਦੇ ਨਾਲ ਇੱਕ ਮਿਲ ਕੇ 11 ਹੋ ਗਏ ਆ ਤੇ 11 ਅੱਗੇ ਕਿਸੇ ਨੇ ਟਿਕਣਾ ਹੈ ਨਹੀਂ। ਜਿਹੜੀ ਬਲਾਚੌਰ ਦੀ ਗੱਲ ਹੈ, ਬਲਾਚੌਰ ਦੇ ਅੰਦਰ ਪਿਛਲੇ 4.5 ਸਾਲ ਤੋਂ ਇੱਥੋਂ ਦੇ ਲੋਕ ਇਹ ਮਹਿਸੂਸ ਕਰ ਰਹੇ ਸੀ ਕਿ ਸਾਨੂੰ ਠੱਗਿਆ ਗਿਆ, ਸਾਡੇ ਨਾਲ ਧੋਖਾ ਹੋਇਆ, ਇਲਾਕੇ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਜਿਹੜੀਆਂ ਉਮੀਦਾਂ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਸੀ, ਜਿਹੜੇ ਮੌਜੂਦਾ ਇੱਥੋਂ ਦੇ ਵਿਧਾਇਕ ਹੈ ਉਹ ਕਿਸੇ ਵੀ ਤਰ੍ਹਾਂ ਨਾਲ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤੇ ਅੱਜ ਜਿਹੜਾ ਇਹ ਸਮਝੌਤਾ ਹੋਇਆ ਅਕਾਲੀ ਦਲ ਦਾ ਤੇ ਬੀਐਸਪੀ ਦਾ, ਮੈਂ ਸਮਝਦਾ ਇਸ ਸਮਝੌਤੇ ਦੇ ਨਾਲ ਇਹ ਕਲੀਅਰ ਹੋ ਗਿਆ ਕਿ ਬਲਾਚੌਰ ਦੇ ਅੰਦਰ ਇੱਥੋਂ ਦਾ ਜਿਹੜਾ ਉਮੀਦਵਾਰ ਗਠਬੰਧਨ ਦਾ ਹੋਊਗਾ ਉਹ ਰਿਕਾਰਡ ਮਾਰਜਨ ਨਾਲ ਜਿੱਤੂਗਾ। ਹੋ ਸਕਦਾ ਪੰਜਾਬ ਦਾ ਰਿਕਾਰਡ ਬਣਾ ਲਵੇ। ਕਿ ਆਪਣੇ ਦੋ ਤਾਂ ਕਿ ਪਹਿਲਾਂ ਵੀ ਸਮਝੌਤਾ ਹੋਇਆ ਸੀ ਬੀਐਸਪੀ ਨਾਲ, ਉਸ ਤੋਂ ਬਾਅਦ ਅਕਾਲੀ ਦਲ ਦਾ ਇੱਕਦਮ ਹੀ ਬੀਜੇਪੀ ਦਾ ਸਮਝੌਤਾ ਹੋ ਗਿਆ ਉਹਦਾ, ਤੇ ਇਸ ਵਾਰ ਵੀ ਕੁਛ ਦੇਖੋ ਇਹ ਜਿਹੜਾ ਸਮਝੌਤਾ ਹੋਇਆ, ਮੈਂ ਤਾਂ ਅੱਜ ਸੁਣ ਰਿਹਾ ਸੀ ਸਾਡੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਦੀ ਗੱਲ। ਉਹ ਕਹਿੰਦੇ ਕਿ ਅਸੀਂ ਤਾਂ ਜਿਹਦੀ ਬਾਂਹ ਫੜ ਲਈਏ ਮੁੜ ਕੇ ਸੌਖਾ ਛੱਡੀਦਾ ਨਹੀਂ ਹੈ, ਕੋਈ ਸਾਨੂੰ ਛੱਡ ਕੇ ਚਲੇ ਜਾਵੇ ਅਲੱਗ ਗੱਲ ਹੈ। ਮੈਂ ਸਮਝਦਾ ਕਿ ਇਹ ਜਿਹੜਾ ਸਮਝੌਤਾ ਹੈ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਕਿ 22 ਤੋਂ ਬਾਅਦ ਲਗਾਤਾਰ ਲੰਬੇ ਸਮੇਂ ਤੱਕ ਇਹ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਇਸ ਸਮਝੌਤੇ ਦੇ ਨਾਲ ਪੰਜਾਬ ਦੇ ਅੰਦਰ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨੀ ਤੈਅ ਹੈ ਤੇ ਉਹਦੇ ਨਾਲ ਮੈਂ ਸਮਝਦਾ ਕਿ ਜਿਹੜੇ ਗਰੀਬ ਲੋਕ ਹੈ, ਜਿਹੜੇ ਕਿਸਾਨ ਹੈ, ਉਹਨਾਂ ਦਾ ਬਹੁਤ ਬੜਾ ਭਲਾ ਹੋਊਗਾ। ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੋਵਾਂ ਪਾਰਟੀਆਂ ਦਾ ਜੋ ਗੱਠਜੋੜ ਹੋਇਆ ਹੈ, ਇਹ ਇਹਦੇ ਨਾਲ ਸੁਭਾਵਿਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਹੈ ਜਿਹੜੀ ਬਣ ਜਾ ਰਹੀ, ਕਿਉਂਕਿ ਆਪਾਂ ਨੇ ਅਕਸਰ ਪਹਿਲਾਂ ਵੀ ਦੇਖਿਆ ਕਿ ਜਦੋਂ ਵੀ ਬਹੁਜਨ ਸਮਾਜ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੇ ਪੰਜਾਬ 'ਚ ਹੁੰਜਾ ਫਿਰ ਜਿੱਤ ਪ੍ਰਾਪਤ ਕਰੀ। ਔਰ ਬਹੁਤ ਵੱਡਾ ਉਤਸ਼ਾਹ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਦੇ ਸਾਰੇ ਵਰਕਰ ਸਾਹਿਬਾਨਾਂ 'ਚ ਦੇਖਣ ਨੂੰ ਮਿਲਿਆ। ਸੋ ਸਾਨੂੰ ਪੂਰਨ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਸਾਰੀਆਂ ਹੀ ਪਾਰਟੀਆਂ ਦੇ ਅਹੁਦੇਦਾਰ ਸਾਹਿਬਾਨ ਔਰ ਸਾਰੇ ਵਰਕਰ ਸਾਹਿਬ ਵੱਧ ਚੜ੍ਹ ਕੇ ਕੰਮ ਕਰਨਗੇ। ਰਾਜੇ ਤੁਸੀਂ ਬੋਲੋ। ਮੈਂ ਰਾਜਾ ਰਜਿੰਦਰ ਸਿੰਘ ਨੇ ਨਗਰੀਆਂ ਜਨ ਸਮਾਜ ਪੰਜਾਬ। ਅੱਜ ਦਾ ਦਿਨ ਜਿਹੜਾ ਇਤਿਹਾਸਕ ਦਿਨ ਹੈ ਔਰ ਪੰਜਾਬ ਦੀ ਧਰਤੀ ਤੇ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜੋ ਗੱਠਜੋੜ ਹੋਇਆ ਉਹਦੇ ਬੜੀ ਖੁਸ਼ੀ ਦੀ ਗੱਲ ਹੈ। ਵਰਕਰਾਂ ਸਮਰਥਕਾਂ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੇ ਬਹੁਤ ਭਾਰੀ ਉਤਸ਼ਾਹ ਹੈ ਔਰ ਅੱਜ ਸਵੇਰੇ ਜਦੋਂ ਅਨਾਉਂਸਮੈਂਟ ਹੋਈ ਹੈ ਜਾਂ ਕੱਲ ਵੀ ਅਖਬਾਰਾਂ 'ਚ ਸੂਤਰਾਂ ਤੇ ਜੱਜਮੈਂਟ ਕਰੀ ਹੈ ਤਾਂ ਤੜਕੇ 4 ਵਜੇ ਤੋਂ ਲੋਕਾਂ ਦੇ ਫੋਨ ਜਿਹੜੇ ਹੈ ਉਹ ਆ ਰਹੇ ਹੈ, ਵਧਾਈਆਂ ਦੇ ਰਹੇ ਹੈ। ਔਰ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਨਾ ਚਾਹਾਂਗਾ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਔਰ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ, ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਜਸਵੀਰ ਸਿੰਘ ਗੜੀ ਜੀ ਔਰ ਪੰਜਾਬ ਹਰਿਆਣਾ ਚੰਡੀਗੜ੍ਹ ਮਾਮਲੇ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਸਾਹਿਬ। ਉਹਨਾਂ ਨੂੰ ਮੈਂ ਧੰਨਵਾਦ ਕਰਨਾ ਚਾਹਾਂਗਾ, ਉੱਥੇ ਉਹਨਾਂ ਨੂੰ ਵਧਾਈ ਵੀ ਦੇਣੀ ਚਾਹਾਂਗਾ ਕਿਉਂਕਿ 1996 ਦੇ ਅੰਦਰ ਬਹੁਜਨ ਸਮਾਜ ਪਾਰਟੀ ਨੇ 11 ਸੀਟਾਂ ਜਿੱਤੀਆਂ, 13 ਤੋਂ 11 ਸੀਟਾਂ ਹੁੰਜਾ ਫਿਰ ਜਿੱਤ ਹੋਈ ਸੀ। ਔਰ ਜੋ ਅੱਜ ਗੱਠਜੋੜ ਹੋਇਆ ਔਰ ਜੋ 2022 ਦੇ ਅੰਦਰ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਹੁੰਜਾ ਫਿਰ ਜਿੱਤ ਪ੍ਰਾਪਤ ਹੋਏਗੀ। ਔਰ ਇਹ ਵੀ ਹੈ ਕਿ ਜਿਹੜਾ ਕਾਂਗਰਸ ਪਾਰਟੀ ਨੇ ਜਿੰਨਾ ਜ਼ੁਲਮ ਜ਼ਿਆਦਤੀ 4.5 ਸਾਲਾਂ ਦੇ ਅੰਦਰ ਕਰੀ ਹੈ ਉਹਦਾ ਅੰਤ ਜਿਹੜਾ 2022 ਦੇ ਅੰਦਰ ਹੋਣ ਜਾ ਰਿਹਾ ਔਰ ਬਹੁਜਨ ਸਮਾਜ ਪਾਰਟੀ
ਕਿਸਾਨ, ਮਜ਼ਦੂਰ, ਮੁਲਾਜ਼ਮ, ਇਹ ਸਾਰੇ ਵਰਗਾਂ ਦਾ ਆਪਸੀ ਭਾਈ ਮੇਲ ਹੈ। ਔਰ ਜੋ 1996 ਤੋਂ ਬਾਅਦ ਫਿਰ ਦੁਬਾਰਾ 25 ਸਾਲਾਂ ਤੋਂ ਬਾਅਦ ਇਹ ਦੁਬਾਰਾ ਫਿਰ ਅੱਜ ਸੁਮੇਲ ਹੋਇਆ, ਉਹਦੀ ਜੀ ਮੈਂ ਖੁਸ਼ੀ ਹੈ। ਮੈਂ ਸਾਰੇ ਪੰਜਾਬ ਵਾਸੀਆਂ ਨੂੰ ਵਧਾਈ ਦੇਣੀ ਚਾਹਾਂਗਾ, ਮੁਬਾਰਕ ਦੇਣੀ ਚਾਹਾਂਗਾ। ਜੈ ਭੀਮ, ਜੈ ਭਾਰਤ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਭਾਗਾਂ ਵਾਲਾ ਤੇ ਇਤਿਹਾਸਿਕ ਦਿਨ ਆ, ਜੋ ਕਿ ਸਾਡੇ ਅੱਜ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਤੇ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਭੈਣ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਾਡਾ ਬਹੁਤ ਹੀ ਇਤਿਹਾਸਿਕ ਗੱਠਜੋੜ ਹੋਇਆ। ਸਹੀ ਮਾਇਨੇ 'ਚ ਇਹ 9 ਮਾਸ ਦਾ ਰਿਸ਼ਤਾ ਆ ਤੇ ਅੱਜ ਸ਼ਾਮ 84 ਵੱਲੋਂ ਆਪਾਂ ਜੋ ਕਿ ਖੁਸ਼ੀ ਦਾ ਮਾਹੌਲ ਇੱਥੇ ਦਿਖ ਰਿਹਾ ਤੁਹਾਨੂੰ ਬੀਬੀ ਮਹਿੰਦਰ ਕੌਰ ਜੋਸ਼ ਜੀ ਦੇ ਗ੍ਰਹਿ ਵਿਖੇ, ਤੇ ਇਸੇ ਤਰ੍ਹਾਂ ਅੱਜ ਹੁਸ਼ਿਆਰਪੁਰ ਵਿਖੇ ਵੀ ਆਪਣੇ ਲਈ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਤਾਂ ਸਾਨੂੰ ਬਹੁਤ ਖੁਸ਼ੀ ਆ ਕਿ ਇਹ ਜਿਹੜਾ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦਾ ਗੱਠਜੋੜ ਹੋਇਆ। ਸਹੀ ਮਾਇਨੇ ਵਿੱਚ ਇਹ ਜਿਹੜਾ ਗੱਠਜੋੜ ਆ ਇਹ ਆਉਣ ਵਾਲੀ 2022 ਦੇ ਵਿੱਚ ਸਰਕਾਰ ਅੱਜ ਤੈਅ ਹੋ ਗਈ ਆ ਕਿ 2022 ਦੇ ਵਿੱਚ ਅਕਾਲੀ ਬਸਪਾ ਦੀ ਸਰਕਾਰ ਬਣਨ ਜਾ ਰਹੀ ਆ। ਤਾਂ ਉਹਦਾ ਅੱਜ ਨੀਂਹ ਪੱਥਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਤੇ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਐਸਪੀ ਦੀ ਸਮੁੱਚੀ ਲੀਡਰਸ਼ਿਪ ਨੇ ਅੱਜ ਨੀਂਹ ਪੱਥਰ ਰੱਖ ਦਿੱਤਾ ਆ। ਤਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਲੀਡਰਸ਼ਿਪ ਦਾ ਕਿ ਜੋ ਸਾਨੂੰ ਇੰਨਾ ਵਧੀਆ ਮੇਲ ਜੋਲ ਦਿੱਤਾ ਤੇ ਡਟ ਕੇ ਵਰਕਰ ਸਾਰੇ ਕੰਮ ਕਰਨਗੇ ਔਰ ਸਰਕਾਰ ਬਣਾਵਾਂਗੇ ਔਰ ਪੂਰੇ ਜ਼ਿਲ੍ਹੇ ਦੀ ਅਕਾਲੀ ਬਸਪਾ ਦੀਆਂ ਪੂਰੇ ਜ਼ਿਲ੍ਹੇ ਦੀਆਂ ਸੀਟਾਂ ਜਿਤਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਭੈਣ ਮਾਇਆਵਤੀ ਦੀ ਝੋਲੀ ਪਾਵਾਂਗੇ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ, ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਬੀਐਸਪੀ ਦੇ ਸੁਪਰੀਮੋ ਬੀਬੀ ਮਾਇਆਵਤੀ ਜੀ ਦੇ ਨਾਲ ਜਿਹੜਾ ਅੱਜ ਸਮਝੌਤਾ ਹੈ ਬੀਐਸਪੀ ਦੇ ਨਾਲ, ਇਹ ਬਹੁਤ ਚੰਗਾ ਹੋਇਆ ਕਿਉਂਕਿ ਲੋਕਾਂ ਨੂੰ ਇਹ ਮੰਗ ਸੀ ਇਸ ਗੱਲ ਦੀ, ਕਿਉਂਕਿ ਜਿਹੜਾ ਕਲਚਰ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਕਲਚਰ ਤੇ ਬੀਐਸਪੀ ਦਾ ਕਲਚਰ ਇੱਕ ਬਹੁਤ ਪੁਰਾਣਾ ਕਲਚਰ ਆ। ਔਰ ਅੱਜ ਇੰਨੀ ਖੁਸ਼ੀ ਆ ਜਿਹੜੇ ਸਾਡੇ ਹਲਕੇ ਦੇ ਵੀ ਬੀਐਸਪੀ ਦੇ ਸਾਰੇ ਵੀਰ ਤੇ ਭੈਣ ਤੇ ਭਰਾ ਆ ਸਾਰੇ, ਉਹਨਾਂ ਦੇ ਵਿੱਚ ਵੀ ਬਹੁਤ ਖੁਸ਼ੀ ਦੀ ਗੱਲ ਆ। ਸ਼੍ਰੋਮਣੀ ਅਕਾਲੀ ਦਲ ਦੇ ਮਨ ਵਿੱਚ ਵੀ ਬਹੁਤ ਖੁਸ਼ੀ ਦੀ ਗੱਲ ਆ ਤੇ ਉਮੀਦ ਇਹ ਵੀ ਆ ਕਿ ਜਿਹੜੀਆਂ ਸੀਟਾਂ ਸਾਡੀਆਂ ਇਸ ਵੇਲੇ 117 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਤੇ ਬੀਐਸਪੀ ਲੜੂਗੀ ਔਰ ਪੂਰੀਆਂ ਦੀਆਂ ਪੂਰੀਆਂ ਸੀਟਾਂ ਜਿਹੜੀਆਂ ਬੀਐਸਪੀ ਦੀਆਂ ਵੀ ਜਿੱਤਣਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਵੀ ਜਿੱਤਣਗੀਆਂ, ਕਿਉਂਕਿ ਇਹ ਸਮਝੌਤਾ ਬਹੁਤ ਕਾਮਯਾਬ ਆ ਔਰ ਬਹੁਤ ਵਧੀਆ ਜਿਹੜਾ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇਹ ਫੈਸਲਾ ਲਿਆ, ਬਹੁਤ ਵਧੀਆ ਫੈਸਲਾ ਹੋਇਆ। ਕਿਉਂਕਿ ਇਹ ਜਿਹੜਾ ਪੁਰਾਣੀ ਸਾਂਝ ਸੀ ਇਹ ਤਾਂ ਬਹੁਤ ਪੁਰਾਣੀ ਸਾਂਝ ਸੀਗੀ, ਲੇਕਿਨ ਅੱਜ 20-25 ਸਾਲਾਂ ਬਾਅਦ ਜਿਹੜੀ ਹੈ ਪੁਰਾਣੀ ਸਾਂਝ ਜਿਹੜੀ ਆ ਉਹ ਸਾਹਮਣੇ ਆਈ ਆ, ਕਿਉਂਕਿ ਜਿਹੜਾ ਕਲਚਰ ਹੈਗਾ ਆ ਉਹ ਇਹਦਾ ਬੀਐਸਪੀ ਦਾ ਤੇ ਸ਼੍ਰੋਮਣੀ ਅਕਾਲੀ ਦਾ ਸੇਮ ਕਲਚਰ ਆ, ਕਿਉਂਕਿ ਇਹਨਾਂ ਦੀ ਬੜੀ ਭਾਈਚਾਰਕ ਸਾਂਝ ਆਪਸ ਵਿੱਚ ਹੈਗੀ ਆ। ਤੇ ਧੰਨਵਾਦ ਕਰਦੀ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ, ਧੰਨਵਾਦ ਕਰਦੀ ਹਾਂ ਕਿ ਜਿਹੜੀ ਉਹਨਾਂ ਨਾਲ ਗੱਠਜੋੜ ਕੀਤਾ ਤੇ ਜਿਹੜੀ ਸਾਡੀ ਸੀਟ ਆ ਅਸੀਂ ਬਹੁਤ ਵੱਡੇ ਸਾਰੇ ਮਾਰਜਨ ਦੇ ਨਾਲ ਇਹ ਸੀਟ ਕੱਢਾਂਗੇ। ਬਹੁਤ ਉਮੀਦ ਆ, ਬੜੀ ਖੁਸ਼ੀ ਆ, ਬੀਐਸਪੀ ਦੇ ਵਿੱਚ ਵੀ ਬਹੁਤ ਖੁਸ਼ੀ ਆ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਬਹੁਤ ਖੁਸ਼ੀ ਆ।